पंजाब की सत्ता संभालने तो पहला भी कैप्टन अमरिंदर सिंह ने बड़े बड़े वादे किए सी। 4.5 साल बीत चुके हैं, लगता वादे पूरे करनगे जिहड़ा तुहाडे नाल वादा किया गया? ये कच्चे काम में पक्के किए जाण। उस मंग नूं उन्होंने साडी नूं प्रवान किया कि मंग बिल्कुल जायज़ आ। साडी लगभग 30% तनख्वाह वाधे ते सहमति बनी है, जिहदे नाल ड्राइवर नूं 4200 रुपया ते कनैक्टर नूं 3900 रुपया वाधा मिलेगा। ਅਸੀਂ ਆਪਣੀ ਮੀਟਿੰਗ ਕਰਕੇ ਸਰਕਾਰ ਨੂੰ 14 ਦਿਨ ਦਾ ਸਮਾਂ ਦਿੰਨੇ। ਅਸੀਂ 14 ਦਿਨ ਵਾਸਤੇ ਆਪਣੀ ਹੜਤਾਲ ਪੋਸਟਪੋਨ ਕਰਨ ਲੱਗੇ ਆ। 15ਵੇਂ ਦਿਨ 29 ਤਰੀਕ ਨੂੰ ਜੇ ਸਰਕਾਰ ਨੇ ਸਾਡਾ ਹੱਲ ਨਾ ਕੱਢਿਆ 14 ਦਿਨਾਂ 'ਚ, ਤੇ ਅਸੀਂ ਜਿਹੜੇ ਲੰਮੇ ਸਮੇਂ ਤੋਂ ਚਾਹੇ ਕਰੋਨਾ ਚਾਹੇ ਹੋਰ ਸਥਿਤੀਆਂ 'ਚ ਡਿਊਟੀ ਕਰਦੇ ਸਰਕਾਰ ਦੇ ਕੰਮ ਆਉਣ ਵਾਲੇ ਮੁਲਾਜ਼ਮ, ਸਾਡੀਆਂ ਮੰਗਾਂ ਦਾ ਹੱਲ ਪਹਿਲ ਦੇ ਆਧਾਰ ਤੇ ਜ਼ਰੂਰ ਪੰਜਾਬ ਸਰਕਾਰ ਕਰੇਗੀ। ਪਹਿਲੀ ਤੇ ਗੱਲ ਉਹਨਾਂ ਕੋਲ 10,000 ਦੀ ਮੰਗ ਕੀਤੀ ਸੀ ਅਸੀਂ ਜਨਤਾ ਵਾਸਤੇ ਗੱਡੀਆਂ ਦੀ, और 800 ਬੱਸ ਤੇ ਉਹਨਾਂ ਨੇ ਡਿਕਲੇਅਰ ਕਰ ਦਿੱਤੀ ਕਿ 800 ਬੱਸ ਤੁਹਾਨੂੰ ਦੇ ਦਿੱਤੀ ਹੈ। ਤੁਹਾਨੂੰ ਨਹੀਂ ਲੱਗਦਾ 10,000 ਤੇ 800 'ਚ ਬਹੁਤ ਫਰਕ ਹੁੰਦਾ ਹੈਗਾ? ਪੀਆਰਟੀਸੀ ਦੇ ਪਨਬੱਸ ਦੇ ਮੁਲਾਜ਼ਮ ਕੈਪਟਨ ਸੰਦੀਪ ਸੰਧੂ ਨਾਲ ਸੈਕਟਰੀਏਟ 'ਚ ਮੁਲਾਕਾਤ ਕਰਨ ਤੋਂ ਬਾਅਦ ਬਾਹਰ ਆਏ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਪ੍ਰਧਾਨ ਸਾਹਿਬ, ਅੱਜ ਮੀਟਿੰਗ ਕੀਤੀ ਗਈ ਹੈ ਸੰਦੀਪ ਸੰਧੂ ਦੇ ਨਾਲ, ਕਿਹੜੇ ਮਾਮਲੇ ਵਿਚਾਰੇ ਗਏ ਤੇ ਮੀਟਿੰਗ ਕਿਵੇਂ ਰਹੀ? ਸਾਡੀ ਅੱਜ ਦੀਆਂ ਮੁੱਖ ਮੰਗਾਂ ਸੀ ਜਿਹੜੀਆਂ, ਉਹਨਾਂ ਮੰਗਾਂ ਤੇ ਅਸੀਂ ਸੀਐਮ ਸਾਹਿਬ ਦੀ ਮੀਟਿੰਗ ਦਿੱਤੀ ਗਈ ਸੀ। ਸੋ ਉਸ ਬਿਹਾਫ ਤੇ ਅੱਜ ਕੈਪਟਨ ਸੰਦੀਪ ਸਿੰਘ ਸੰਧੂ ਜੀ ਬੈਠੇ ਆ। ਸੋ ਉਹਨਾਂ ਨਾਲ ਸਾਡੀ ਜਿਹੜੀ ਮੀਟਿੰਗ ਹੋਈ ਆ, ਉਸ ਮੀਟਿੰਗ ਵਿੱਚ ਸਾਡੀ ਮੁੱਖ ਮੰਗ ਸੀ ਕਿ ਸਰਕਾਰੀ ਬੱਸਾਂ ਦੀ ਗਿਣਤੀ 10,000 ਕੀਤੀ ਜਾਵੇ, ਜਿਹਨੂੰ ਉਹਨਾਂ ਨੇ ਕਿਹਾ ਕਿ 800 ਬੱਸ ਅਸੀਂ ਜਲਦ ਪਾ ਰਹੇ ਹਾਂ, ਜਿਹਦਾ ਟੈਂਡਰ ਹੋ ਚੁੱਕਾ। ਸੋ ਉਹ ਬੱਸ ਆ ਰਹੀ ਹੈ। ਉਸ ਤੋਂ ਬਾਅਦ ਅਗਲੀ ਮੰਗ ਸੀ ਸਾਡੀ ਜਿਹੜੀ ਕਿ ਕੱਚੇ ਕੰਮ ਪੱਕੇ ਕੀਤੇ ਜਾਣ। ਉਸ ਮੰਗ ਨੂੰ ਉਹਨਾਂ ਨੇ ਸਾਡੀ ਨੂੰ ਪ੍ਰਵਾਨ ਕੀਤਾ ਕਿ ਮੰਗ ਬਿਲਕੁਲ ਜਾਇਜ਼ ਆ। ਸੋ ਥੋੜ੍ਹੀਆਂ ਜਿਹੀਆਂ ਲੀਗਲ ਅੜਚਣਾਂ ਨੇ ਜਿਹੜੀਆਂ ਲੈਣੀਆਂ ਪੈਣੀਆਂ ਤੇ ਨਾਲ ਦੀ ਨਾਲ ਸੀਐਮ ਸਾਹਿਬ ਕੋਲ ਜਾਣੀ ਪੈਣੀ। ਉਹਨਾਂ ਨੇ ਸੀਐਮ ਸਾਹਿਬ ਨਾਲ ਗੱਲ ਕੀਤੀ ਸੀ, ਸੀਐਮ ਸਾਹਿਬ ਨਾਲ ਗੱਲ ਕਰਕੇ ਅਸੀਂ ਉਹਨਾਂ ਨੇ ਕਿਹਾ ਕਿ ਅਸੀਂ ਸੀਐਮ ਸਾਹਿਬ ਕੋਲ ਜਾ ਕੇ 8 ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਰੈਗੂਲਰ ਵਾਲੀ ਮੰਗ ਹੈ ਉਹਨੂੰ ਹੱਲ ਕੱਢ ਦੇਣੇ, ਉਹ ਮਨਜ਼ੂਰ ਕਰਾ ਕੇ ਤੁਹਾਨੂੰ ਤੇ ਲਾਗੂ ਕਰਾਂਗੇ। ਇਹ ਗੱਲ ਕੀਤੀ ਗਈ ਹੈ। ਸੋ ਅਗਲੀ ਮੰਗ ਸੀ ਬਰਾਬਰ ਕੰਮ ਬਰਾਬਰ ਤਨਖਾਹ, ਜਿਸ ਮੰਗ ਤੇ ਸਾਡੀ ਲਗਭਗ 30% ਤਨਖਾਹ ਵਾਧੇ ਤੇ ਸਹਿਮਤੀ ਬਣੀ ਹੈ, ਜਿਹਦੇ ਨਾਲ ਡਰਾਈਵਰ ਨੂੰ 4200 ਰੁਪਇਆ ਤੇ ਕਨੈਕਟਰ ਨੂੰ 3900 ਰੁਪਇਆ ਵਾਧਾ ਮਿਲੇਗਾ। ਸੋ ਉਸ ਮੰਗ ਤੇ ਪੀਆਰਟੀਸੀ ਵਾਲੇ ਸਾਥੀਆਂ ਦੀ 2500 ਰੁਪਇਆ ਪਿਛਲੀ ਵੀ ਨਾਲ ਇੰਕਰੀਜ਼ ਹੋਏਗੀ, ਜਿਹੜੀ ਪਨਬੱਸ ਤੋਂ ਅਲੱਗਾ ਘੱਟ ਸੀ ਉਹ ਵੀ। ਇਸ ਮੰਗ ਤੇ ਸਾਡੀ ਸਹਿਮਤੀ ਬਣੀ ਉਹਨਾਂ ਦੇ ਨਾਲ। ਸੋ ਨਾਲ ਦੀ ਨਾਲ ਕੱਚੇ ਕਾਮਿਆਂ ਦੇ ਵਿੱਚ ਜਿਹੜੇ ਰਿਪੋਰਟਾਂ ਵਾਲੇ ਮੁਲਾਜ਼ਮ ਸੀ ਸਾਡੇ, ਉਹਨਾਂ ਨੂੰ ਬਹਾਲ ਕਰਨ ਦੀ ਗੱਲ ਸੀ। ਉਸ ਮੰਗ ਤੇ ਵੀ ਸਹਿਮਤੀ ਬਣੀ ਹੈ ਕਿ ਬੱਸਾਂ ਦੀ ਗਿਣਤੀ ਜਿਸ ਦਿਨ ਆਉਣੀ ਸ਼ੁਰੂ ਹੋਈ ਉਸੇ ਦਿਨ ਸਾਰੇ ਮੁਲਾਜ਼ਮ ਸਾਡੇ ਬਹਾਲ ਕੀਤੇ ਜਾਣਗੇ, ਕਿਉਂਕਿ ਇਸ ਵੇਲੇ ਬੱਸਾਂ ਦੀ ਘਾਟ ਹੈ ਤੇ ਮੁਲਾਜ਼ਮ ਜਿਹੜੇ ਆ ਉਹ ਡਿਊਟੀਆਂ ਤੇ ਲੈ ਕਿੱਥੇ ਜਾਣ, ਕਿਉਂਕਿ ਡਿਊਟੀਆਂ ਬੱਸਾਂ ਤੇ ਲੈਣੀਆਂ। ਸੋ ਇਸ ਕਰਕੇ ਬੱਸਾਂ ਆਉਣ ਤੱਕ ਉਹਨਾਂ ਨੂੰ ਵੇਟ ਕਰਨਾ ਪਏਗਾ। ਸੋ ਇਹਨਾਂ 4 ਮੰਗਾਂ ਤੇ ਸਾਡੀ ਅੱਜ ਗੱਲਬਾਤ ਹੋਈ ਆ। ਸੋ ਸਰਕਾਰ ਨੇ ਸਾਡੇ ਤੋਂ ਹਫ਼ਤੇ ਦਾ ਸਮਾਂ ਮੰਗਿਆ ਸੀ। ਅਸੀਂ ਆਪਣੀ ਮੀਟਿੰਗ ਕਰਕੇ ਸਰਕਾਰ ਨੂੰ 14 ਦਿਨ ਦਾ ਸਮਾਂ ਦਿੰਨੇ। ਅਸੀਂ 14 ਦਿਨ ਵਾਸਤੇ ਆਪਣੀ ਹੜਤਾਲ ਪੋਸਟਪੋਨ ਕਰਨ ਲੱਗੇ ਆ। 15ਵੇਂ ਦਿਨ 29 ਤਰੀਕ ਨੂੰ ਜੇ ਸਰਕਾਰ ਨੇ ਸਾਡਾ ਹੱਲ ਨਾ ਕੱਢਿਆ 14 ਦਿਨਾਂ 'ਚ, 8 ਦਿਨ ਮੰਗੇ ਅਸੀਂ ਤਾਂ 8 ਦਿਨਾਂ 'ਚ ਹੀ ਕਹਾਂਗੇ, ਤਾਂ ਅਸੀਂ 15ਵੇਂ ਦਿਨ ਆਪਣੀਆਂ ਬੱਸਾਂ ਬੰਦ ਕਰਕੇ ਮੁਕੰਮਲ ਰੂਪ 'ਚ ਫਿਰ ਤੋਂ ਹੜਤਾਲ ਤੇ ਜਾਵਾਂਗੇ ਤੇ ਉਹ ਹੜਤਾਲ ਲੰਮੇ ਸਮੇਂ ਤੱਕ ਜਾਰੀ ਰਹੂ ਜਿੰਨੇ ਤੱਕ ਕੋਈ ਹੱਲ ਨਹੀਂ ਨਿਕਲਦਾ। ਪੰਜਾਬ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਵਾਅਦੇ ਕੀਤੇ ਸੀ। 4.5 ਸਾਲ ਬੀਤ ਚੁੱਕੇ ਆ, ਲੱਗਦਾ ਵਾਅਦੇ ਪੂਰੇ ਕਰਨਗੇ ਜਿਹੜਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ? ਦੇਖੋ ਹੁਣ ਤੱਕ ਤਾਂ ਕੋਈ ਲੱਗਦਾ ਨਹੀਂ ਪੰਜਾਬ ਦੇ ਮਾਹੌਲ ਨੂੰ ਦੇਖ ਕੇ ਕੋਈ ਵਾਅਦਾ ਕੈਪਟਨ ਸਾਹਿਬ ਵੱਲੋਂ ਪੂਰਾ ਕੀਤਾ ਗਿਆ। ਦੇਖੋ ਜੀ, ਜਿਹੜਾ ਸਾਡੇ ਨਾਲ ਵਾਅਦਾ ਕੀਤਾ, ਸਾਡੇ ਨਾਲ ਪਹਿਲੋਂ ਟਰਾਂਸਪੋਰਟ ਖੇਤਰ ਨਾਲ ਕੋਈ ਵਾਅਦਾ ਨਹੀਂ ਸੀ ਕੀਤਾ ਗਿਆ। ਇਹ ਪਹਿਲਾ ਵਾਅਦਾ ਹੈ ਤੇ ਇਹ ਵਾਅਦਾ ਕੈਪਟਨ ਸੰਦੀਪ ਸਿੰਘ ਸੰਧੂ ਨੇ ਕੀਤਾ। ਉਹ ਇਸ ਵਾਅਦੇ ਦੇ ਵਿੱਚ ਬੈਠੇ ਸੀ ਤੇ ਉਹਨਾਂ ਨੇ ਆਪਣੇ ਖੁਦ ਵਾਅਦਾ ਕੀਤਾ ਵੀ ਅਸੀਂ ਸੀਐਮ ਸਾਹਿਬ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਫੈਸਲਾ ਜਿਹੜਾ ਵਾ ਉਹ ਤੁਹਾਡੇ ਤੇ ਲਾਗੂ ਕਰਨ ਦੀ ਗੱਲਬਾਤ ਲੈ ਕੇ ਆਏ ਹਾਂ। ਸੋ ਸਾਨੂੰ ਉਮੀਦ ਹੈ ਕਿ ਪੰਜਾਬ ਦਾ ਸੀਐਮ ਆਮ ਲੋਕ ਜਿੱਥੇ ਖੱਜਲ ਹੋ ਰਹੇ ਆ, ਅਸੀਂ ਆਮ ਲੋਕਾਂ ਦੀ ਮੁਸ਼ਕਲ ਨੂੰ ਵੇਖਦੇ ਹੋਏ ਹੜਤਾਲ ਨੂੰ ਪੋਸਟਪੋਨ ਕਰ ਰਹੇ ਹਾਂ, ਉੱਥੇ ਪੰਜਾਬ ਦਾ ਸੀਐਮ ਆਮ ਲੋਕਾਂ ਨੂੰ ਟਰਾਂਸਪੋਰਟ ਦੀ ਸਹੂਲਤ ਸਹੀ ਤਰੀਕੇ ਨਾਲ ਮਿਲੇ, ਇਹ ਚੀਜ਼ ਨੂੰ ਵੇਖਦੇ ਹੋਏ ਜ਼ਰੂਰ ਆਉਣ ਵਾਲੇ ਦਿਨਾਂ 'ਚ ਸਾਡੀਆਂ ਮੰਗਾਂ ਪ੍ਰਵਾਨ ਕਰੇਗਾ। ਤੇ ਅਸੀਂ ਜਿਹੜੇ ਲੰਮੇ ਸਮੇਂ ਤੋਂ ਚਾਹੇ ਕਰੋਨਾ ਚਾਹੇ ਹੋਰ ਸਥਿਤੀਆਂ 'ਚ ਡਿਊਟੀ ਕਰਦੇ ਸਰਕਾਰ ਦੇ ਕੰਮ ਆਉਣ ਵਾਲੇ ਮੁਲਾਜ਼ਮ, ਸਾਡੀਆਂ ਮੰਗਾਂ ਦਾ ਹੱਲ ਪਹਿਲ ਦੇ ਆਧਾਰ ਤੇ ਜ਼ਰੂਰ ਪੰਜਾਬ ਸਰਕਾਰ ਕਰੇਗੀ। ਸਾਨੂੰ ਇਸ ਗੱਲ ਦੀ ਆਸ ਹੈ ਜੀ। ਪ੍ਰਧਾਨ ਸਾਹਿਬ, ਮੰਨਿਆ ਤੁਹਾਨੂੰ ਆਸ ਹੈਗੀ, ਪਰ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ 4 ਹਫ਼ਤਿਆਂ 'ਚ ਨਸ਼ਾ ਬੰਦ ਕਰਨ ਦੀ ਸਹੁੰ ਵੀ ਖਾਧੀ ਸੀ, ਪਰ ਅਜੇ ਤੱਕ ਬੰਦ ਨਹੀਂ ਹੋਇਆ। ਐਡਾ ਕਿੱਡਾ ਯਕੀਨ ਹੋ ਗਿਆ ਤੁਹਾਨੂੰ ਉਹਨਾਂ ਤੇ? ਦੇਖੋ ਜੀ, ਸਾਡੇ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਜੀ ਬੈਠੇ ਸੀ, ਜਿਹੜੀ ਸਾਡੀ 30% ਤਨਖਾਹ ਵਾਧਾ ਉਹਨਾਂ ਨੇ ਲਾਗੂ ਕਰਤਾ। ਨਾਲ ਦੀ ਨਾਲ ਦੂਸਰੀਆਂ ਮੰਗਾਂ ਲਈ ਉਹਨਾਂ ਨੇ ਹਫ਼ਤੇ ਦਾ ਸਮਾਂ ਮੰਗਿਆ। ਸਾਨੂੰ ਕੋਈ ਇਹ ਨਹੀਂ ਕਿਹਾ ਵੀ ਅਸੀਂ ਕਰ ਦਾਂਗੇ, ਸਾਡੇ ਤੋਂ ਹਫ਼ਤੇ ਦਾ ਸਮਾਂ ਮੰਗਿਆ। ਅਸੀਂ 1 ਹਫ਼ਤਾ ਲੋਕਾਂ ਦੀ ਸਹੂਲਤ ਨੂੰ ਵੇਖਦੇ ਹੋਏ ਤੇ ਪਲੱਸ ਉਹਨਾਂ ਨੂੰ ਸਮਾਂ ਦੇਣ ਲਈ, ਕਿਉਂਕਿ 1 ਹਫ਼ਤੇ ਦਾ ਜੇ ਉਹਨਾਂ ਨੇ ਸਮਾਂ ਮੰਗਿਆ ਤੇ ਲੋਕ 1 ਹਫ਼ਤੇ ਲਈ ਅਸੀਂ ਹੜਤਾਲ ਤੇ ਵੀ ਨੇ ਖੱਜਲ ਹੋਣਗੇ। ਸੋ ਅਸੀਂ ਇਸ ਗੱਲ ਨੂੰ ਮੁੱਖ ਰੱਖ ਕੇ ਵੀ ਲੋਕ ਖੱਜਲ ਨਾ ਹੋਣ, ਫਿਰ ਅਸੀਂ 14 ਦਿਨ ਦਾ ਸਮਾਂ ਦੇ ਰਹੇ ਹਾਂ। ਤੁਸੀਂ ਯਕੀਨ ਦੀ ਗੱਲ ਕਰਦੇ ਹੋ, ਯਕੀਨ ਸਾਨੂੰ ਸਰਕਾਰਾਂ ਤੇ ਨਹੀਂ, ਪਰ ਸਾਨੂੰ ਜਿਹੜਾ ਸਰਕਾਰਾਂ ਨੇ ਸਮਾਂ ਮੰਗਿਆ ਉਹ ਦੇਣਾ ਪੈਣਾ। ਲੀਗਲ ਰਾਇ ਲੈਣ ਵਾਸਤੇ, ਸੀਐਮ ਤੋਂ ਮਨਜ਼ੂਰੀ ਵਾਸਤੇ, ਕੈਬਨਿਟ ਦੀ
ਮੀਟਿੰਗ ਬਿਠਾ ਕੇ ਜਾਂ ਪਾਸ ਕਰਨ ਵਾਸਤੇ ਸਮਾਂ ਦੇਣਾ ਪੈਣਾ। ਜਿਉਨੇ ਦਿਨ ਅਸੀਂ ਹੜਤਾਲ ਕਰਕੇ ਆਮ ਲੋਕਾਂ ਨੂੰ ਖੱਜਲ ਕਰੀਏ, ਸਾਨੂੰ ਪਤਾ ਵੀ ਹਫ਼ਤਾ ਲੱਗ ਜਾਣਾ ਜੇ ਉਹਨਾਂ ਨੇ ਹਫ਼ਤਾ ਮੰਗਿਆ। ਜੇ ਨਾ ਕਰਨਗੇ ਫਿਰ ਸਾਡੇ ਕੋਲ ਪਿਛਲਾ ਹਥਿਆਰ ਤਾਂ ਹੜਤਾਲ ਪੋਸਟਪੋਨ ਕੀਤੀ ਆ, ਹੜਤਾਲ ਦੁਬਾਰਾ ਜਾਰੀ ਰਹੇਗੀ। ਫਿਰ ਅਸੀਂ 29 ਤਰੀਕ ਤੋਂ ਹੜਤਾਲ ਤੇ ਜਾਣ ਦਾ ਐਲਾਨ ਕਰ ਹੀ ਚੁੱਕੇ ਹਾਂ ਜੀ। ਹੜਤਾਲ ਪੋਸਟਪੋਨ ਕੀਤੀ ਆ, ਸਾਰੇ ਪ੍ਰੋਗਰਾਮ ਖਤਮ ਨਹੀਂ ਕੀਤੇ, ਕੋਈ ਪ੍ਰੋਗਰਾਮ ਪੋਸਟਪੋਨ ਕੀਤੇ ਨੇ ਸਾਰੇ, ਨਾ ਕਿ ਕੁਝ ਖਤਮ ਕਰ ਦਿੱਤਾ ਜੀ। ਮਿਹਰਬਾਨੀ ਬਹੁਤ ਬਹੁਤ। ਸੋ ਇਹ ਸਨ ਸਾਡੇ ਨਾਲ ਸੂਬਾ ਆਗੂ ਰੇਸ਼ਮ ਸਿੰਘ, ਜਿਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਸੰਦੀਪ ਸਿੰਘ ਸੰਧੂ ਦੇ ਵਿਸ਼ਵਾਸ ਦੇ ਉੱਪਰ ਇਹਨਾਂ ਵੱਲੋਂ ਹੜਤਾਲ 15 ਦਿਨ ਲਈ ਪੋਸਟਪੋਨ ਕੀਤੀ ਗਈ ਹੈ, ਬਲਕਿ ਖਤਮ ਨਹੀਂ ਕੀਤੀ ਗਈ। ਜੇਕਰ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਇਹ ਹੜਤਾਲ ਕੰਟੀਨਿਊ ਜਾਰੀ ਰਹੇਗੀ। ਅੱਜ ਸੰਦੀਪ ਸੰਧੂ ਹੋਣਾ ਨਾਲ ਮੁਲਾਜ਼ਮਾਂ ਦੀ ਮੀਟਿੰਗ ਸੀ ਤੇ ਮੀਟਿੰਗ ਤੋਂ ਬਾਹਰ ਆਏ ਨੇ ਮੁਲਾਜ਼ਮਾਂ ਨਾਲ ਗੱਲਬਾਤ ਕਰਾਂਗੇ। ਅੱਜ ਮੀਟਿੰਗ ਸੰਦੀਪ ਸੰਧੂ ਹੋਣਾ ਨਾਲ ਸੀ, ਕੀ ਸਿੱਟੇ ਰਹੇ ਤੇ ਕੀ ਕੁਝ ਵਿਚਾਰਿਆ ਗਿਆ ਅੰਦਰ? ਮੀਟਿੰਗ ਸਾਡੀ ਜਿਹੜੀ ਆ ਮਤਲਬ ਪੋਜ਼ਿਟਿਵਲੀ ਰਹੀ ਆ, ਵਧੀਆ ਗੱਲਾਂ ਬਾਤਾਂ ਹੋਈਆਂ ਵਾ ਔਰ ਮੰਗਾਂ ਉਹਨਾਂ ਨੂੰ ਆਪਾਂ ਦੱਸੀਆਂ ਆਪਣੀਆਂ। ਪਹਿਲੀ ਤੇ ਗੱਲ ਉਹਨਾਂ ਕੋਲ 10,000 ਦੀ ਮੰਗ ਕੀਤੀ ਸੀ ਅਸੀਂ ਜਨਤਾ ਵਾਸਤੇ ਗੱਡੀਆਂ ਦੀ, ਔਰ 800 ਬੱਸ ਤੇ ਉਹਨਾਂ ਨੇ ਡਿਕਲੇਅਰ ਕਰ ਦਿੱਤੀ ਕਿ 800 ਬੱਸ ਤੁਹਾਨੂੰ ਦੇ ਦਿੱਤੀ ਆ। ਤੁਹਾਨੂੰ ਨਹੀਂ ਲੱਗਦਾ 10,000 ਤੇ 800 ਚ ਬਹੁਤ ਫਰਕ ਹੁੰਦਾ ਹੈਗਾ? ਤੁਸੀਂ ਮੰਗ 10,000 ਦੀ ਕੀਤੀ ਆ, ਪਾਸ 800 ਕਰਦੇ ਹੈਗੇ। ਅਸੀਂ ਜਨਤਾ ਦੇ ਹਿਸਾਬ ਨਾਲ ਮੰਗ ਕੀਤੀ ਆ, 2 ਕਰੋੜ ਦੀ ਆਬਾਦੀ ਸਾਡੀ, ਔਰ ਉਹਨਾਂ ਨੇ ਕਿਹਾ ਕਿ 800 ਬੱਸ ਤੇ ਤੁਹਾਨੂੰ ਦੇ ਦਿੱਤੀ ਆ, ਬਾਕੀ ਉਹ ਜਲਦੀ ਹੀ ਆਪਾਂ बढ़ा ਰਹੇ ਹਾਂ ਫਲੀਟ। ਇਹ ਕਰਕੇ ਬਾਕੀ ਦੂਜੀ ਗੱਲ ਇਹ ਰਹੀ ਹੈ ਕਿ 30% ਦਾ ਸਾਡਾ ਜਿਹੜਾ ਵਾ ਉਹਨਾਂ ਨੇ ਕਿਹਾ ਵਾ ਕਿ ਕੱਲ ਹੀ ਤਨਖਾਹ ਜਿਹੜੀ ਆ ਤੁਹਾਡੀ ਲਾਗੂ ਕੀਤੀ ਜਾਊਗੀ, ਔਰ 5% ਹਰ ਸਾਲ ਜਿਹੜਾ ਉਹ ਤੁਹਾਨੂੰ ਵਾਅਦਾ ਕੀਤਾ ਜਾਊਗਾ। ਔਰ ਜਿਹੜੀਆਂ ਸਾਡੀਆਂ ਰੈਗੂਲਰ ਦੀਆਂ ਮੰਗਾਂ ਵਾ ਉਹਨਾਂ ਨੇ ਕਿਹਾ ਕਿ 8 ਦਿਨ ਉਹਨਾਂ ਸਾਡੇ ਕੋਲ ਲਏ ਆ ਕਿ ਸੀਐਮ ਕੋ ਜਾ ਕੇ ਤੇ ਅਸੀਂ ਉਹ ਮਤਲਬ ਪਾਸ ਕਰਾਵਾਂਗੇ। ਯਕੀਨ ਆ ਵੀ 8 ਦਿਨ ਦੇ ਵਿੱਚ ਸੀਐਮ ਕੋਲ ਜਾ ਕੇ ਉਹ ਪਾਸ ਕਰਵਾ ਲੈਣਗੇ? ਵੇਖੋ ਜੀ, ਉਹਨਾਂ ਦੇ ਕਹਿਣ ਦੇ ਮੁਤਾਬਕ ਤੇ ਸਾਨੂੰ ਉਹਨਾਂ ਨੂੰ 8 ਦਿਨ ਦੇਣੇ ਪਏ, ਔਰ ਕਿਤੇ ਨਾ ਕਿਤੇ ਲੱਗਾ ਸਾਨੂੰ ਕਿ ਸਹੀ ਕਹਿ ਰਹੇ ਆ, ਕਿਉਂਕਿ ਐਡੀ ਜਲਦੀ ਤੇ ਕਹਿੰਦੇ ਅਸੀਂ ਨੋਟੀਫਿਕੇਸ਼ਨ ਨਹੀਂ ਕਰ ਸਕਦੇ। ਇਹ ਕਰਕੇ ਸਾਨੂੰ ਟਾਈਮ ਤੇ ਦੇਣਾ ਪਿਆ ਉਹਨਾਂ ਨੂੰ। 8 ਦਿਨ ਬਾਅਦ ਸਾਡੀ ਜਿਹੜੀ ਆ ਕਮੇਟੀ ਜਿਹੜੀ ਫੇਰ ਆ ਮੀਟਿੰਗ ਕਰ ਰਹੀ ਆ, ਮੀਟਿੰਗ ਕਰਕੇ 14 ਦਿਨ ਦਿੱਤੇ ਆ ਵੈਸੇ ਇਹਨਾਂ ਨੂੰ, 8 ਦਿਨ ਇਹਨਾਂ ਸਾਨੂੰ ਦਿੱਤੇ ਆ, 14 ਦਿਨ ਆਪਾਂ ਇਹਨਾਂ ਨੂੰ ਦਿੱਤੇ ਆ ਕਿ 14 ਦਿਨ ਬਾਅਦ ਜੇ ਨਾ ਹੋਇਆ ਤਾਂ ਫਿਰ ਅਸੀਂ ਫੇਰ ਦੁਬਾਰਾ ਫੇਰ ਅਸੀਂ ਬੰਦ ਕਰ ਸਕਦੇ ਹਾਂ ਸਭ ਕੁਝ ਹੀ। ਜੋ ਵੀ ਫੈਸਲਾ ਮੀਟਿੰਗ ਕਰਕੇ ਜੋ ਵੀ ਵੱਡੇ ਤੋਂ ਵੱਡਾ ਫੈਸਲਾ ਅਸੀਂ ਲੈ ਸਕਦੇ ਹਾਂ ਜੀ। ਤੁਹਾਨੂੰ ਕਿੰਨਾ ਕੁ ਯਕੀਨ ਆ ਕਿ ਜਿਹੜੇ ਹੈਗੇ ਤੁਹਾਡੇ ਨਾਲ ਵਾਅਦੇ ਪੂਰੇ ਕੀਤੇ ਜਾਣਗੇ? ਕਿਉਂਕਿ 4.5 ਸਾਲ ਬੀਤ ਚੁੱਕੇ ਆ, ਕੈਪਟਨ ਸਾਹਿਬ ਵੱਡੇ ਵੱਡੇ ਵਾਅਦੇ ਕਰਕੇ ਸੱਤਾ 'ਚ ਆਏ ਸੀਗੇ, ਤੁਹਾਨੂੰ ਹੁਣ ਯਕੀਨ ਆ ਪੂਰਾ ਕਿ ਜਿਹੜਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਪੂਰਾ ਹੋਊਗਾ? ਵੇਖੋ ਜੀ, ਸੱਤਾ ਤੋਂ ਆਉਣ ਤੋਂ ਪਹਿਲਾਂ ਤੇ ਕੈਪਟਨ ਸਾਹਿਬ ਨੇ ਕਿਹਾ ਕਿ ਪਹਿਲੀ ਕੈਬਨਿਟ ਦੇ ਵਿੱਚ ਮੈਂ ਰੈਗੂਲਰ ਬੰਦੇ ਕਰ ਦੂੰਗਾ। ਹੁਣ 4.5 ਸਾਲ ਬੀਤਦਾਨ ਦੇ ਬਾਅਦ ਵੀ ਅਸੀਂ ਜਿਹੜੇ ਰੋਡਾਂ ਤੇ ਆਣ ਕੇ ਹੜਤਾਲਾਂ ਕਰ ਰਹੇ ਹਾਂ, ਔਰ ਅੱਜ ਇਹਨਾਂ ਨੇ ਬੁਲਾ ਕੇ ਸਾਡੇ ਨਾਲ ਪਹਿਲਾਂ ਚੀਫ ਸੈਕਟਰੀ ਨਾਲ ਅਸੀਂ ਮੀਟਿੰਗ ਕੀਤੀ ਸੀ। ਉਦੋਂ ਚੀਫ ਸੈਕਟਰੀ ਨੇ ਇਹੋ ਜਿਹਾ ਮਤਲਬ ਬੋਲਿਆ ਕਿ ਜਿੱਦਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹਨਾਂ ਕੋਲ 15-15 ਸਾਲ ਵਾਲੇ ਹੈਗੇ ਆ। ਇਹ ਕਰਕੇ ਸਾਨੂੰ ਲੱਗਾ ਕਿਤੇ ਨਾ ਕਿਤੇ ਕਿ ਜਨਤਾ ਮਤਲਬ ਸਰਕਾਰ ਸਾਡੇ ਨਾਲ ਫਲਾਟ ਕਰ ਰਹੀ ਹੈ, ਜਿਸ ਤਰ੍ਹਾਂ ਪਤਾ ਹੀ ਨਹੀਂ ਹੁੰਦਾ, ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕਿੰਨੇ ਚਿਰ ਦੇ ਇਹ ਹੈਗੇ ਆ। ਬਾਕੀ ਹੁਣ ਜਿਹੜੀ ਇਹਨਾਂ ਨੇ ਮੀਟਿੰਗ ਕੀਤੀ ਹੈ ਸੰਦੀਪ ਸੰਧੂ ਜੀ ਨੇ, ਉਹਨਾਂ ਨੇ ਸਾਨੂੰ ਪ੍ਰੋਪਰਲੀ ਪਹਿਲਾਂ ਪੁੱਛਿਆ ਸਭ ਕੁਝ ਕੀ ਆ ਤੁਹਾਡੀ ਡਿਟੇਲ ਵਾਈਜ਼ ਸਭ ਕੁਝ ਪੁੱਛਿਆ ਵਾ। ਫਿਰ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਚੀਜ਼ ਨੂੰ 8 ਦਿਨ ਦਿਓ, ਤੇ 8 ਦਿਨ ਫਿਰ ਸਾਰੀ ਆਪਾਂ ਨੇ ਜਿੰਨੀ ਕਮੇਟੀ ਸੀ 5 ਮੈਂਬਰੀ ਅੰਦਰ ਇਹਨਾਂ ਨੇ ਸਲਾਹ ਕਰਕੇ ਫਿਰ 8 ਦਿਨ ਦਿੱਤੇ ਆ, ਤੇ 14 ਦਿਨ ਬਾਅਦ ਆਪਾਂ ਕੋਈ ਡਿਸੀਜਨ ਆਪਣਾ ਇਹੋ ਜਿਹਾ ਲਿਆ ਸਕਦੇ ਜੇ ਨਾ ਸਰਕਾਰ ਨੇ ਸਾਨੂੰ ਇਹੋ ਜਿਹਾ ਕੋਈ ਫੈਸਲਾ ਕਰਨ ਤੇ ਮਜਬੂਰ। ਹੁਣ ਤੱਕ ਜੋ ਪ੍ਰੋਟੈਸਟ ਚੱਲ ਰਹੇ ਸੀ, ਸਿਸਮਾ ਫਾਰਮ ਕਰਨ ਦੀ ਗੱਲ ਹੋ ਰਹੀ ਸੀ ਜਾਂ ਬੱਸ ਅੱਡੇ ਬੰਦ ਕਰਨ ਦੀ ਗੱਲ ਸੀ, ਬੱਸਾਂ ਬੰਦ ਕੀਤੀਆਂ ਗਈਆਂ ਸੀ, ਤੇ ਫਿਰ ਉਹ ਕੰਟੀਨਿਊ ਬੰਦ ਰਹਿਣਗੀਆਂ? ਵੇਖੋ ਜੀ, ਸਾਡਾ ਕੋਈ ਸ਼ੌਂਕ ਨਹੀਂ ਹੈਗਾ ਜਾਂ ਅਸੀਂ ਕੋਈ ਆਣ ਕੇ ਜਨਤਾ ਨੂੰ ਪਰੇਸ਼ਾਨ ਕਰੀਏ ਜਾਂ ਸਿਸਮਾ ਫਾਰਮ ਘੇਰੀਏ। ਅਸੀਂ ਤੇ ਇੱਕ ਮੰਗ ਕਰ ਰਹੇ ਹਾਂ ਕਿ 2007 ਤੋਂ ਅਸੀਂ ਭਰਤੀ ਹਾਂ, ਜਾਂ ਕੋਈ 2014 'ਚ ਫਿਰ ਇਹਨਾਂ ਨੇ ਯੂਨੀਵਰਸਿਟੀ ਟੈਸਟ ਲੈ ਕੇ ਫਿਰ ਭਰਤੀ ਕੀਤੀ ਸੀ। ਅਸੀਂ ਤੇ ਉਹਨਾਂ ਨੂੰ ਰੈਗੂਲਰ ਦੀ ਮੰਗ ਕਰ ਰਹੇ ਹਾਂ। ਅਸੀਂ ਸਾਡਾ ਇਹ ਨਹੀਂ ਹੈ ਕਿ ਜਨਤਾ ਨੂੰ ਪਰੇਸ਼ਾਨ ਕਰੀਏ। ਹੁਣ ਗੱਡੀਆਂ ਤੇ ਸਾਡੀਆਂ ਚੱਲਣਗੀਆਂ ਹੀ, ਮਤਲਬ ਜਿਹੜਾ ਇਹਨਾਂ ਨਾਲ ਆਪਾਂ ਵਾਅਦਾ ਕਰਕੇ ਆਏ ਉਹ ਗੱਡੀਆਂ ਚੱਲਣਗੀਆਂ। ਉਹਦੇ ਤੋਂ ਬਾਅਦ ਅਸੀਂ ਮੀਟਿੰਗ ਕਰਕੇ ਜੋ ਫੈਸਲਾ ਕਮੇਟੀ ਲਊਗੀ ਉਹ ਅਸੀਂ ਲਾਗੂ ਕਰਾਂਗੇ ਜੀ। ਮਿਹਰਬਾਨੀ ਬਹੁਤ ਬਹੁਤ। ਸੋ ਇਹ ਸਨ ਸਾਡੇ ਨਾਲ ਸੂਬਾ ਆਗੂ ਜੋ ਮੀਟਿੰਗ ਤੋਂ ਬਾਅਦ ਬਾਹਰ ਆਏ ਨੇ। ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ 8 ਦਿਨ ਦੇ ਵਿੱਚ ਤੁਹਾਡੀਆਂ ਜਿਹੜੀਆਂ ਹੱਕੀ ਮੰਗਾਂ ਗਈਆਂ ਉਹ ਪੂਰੀਆਂ ਕਰਤੀਆਂ ਜਾਣਗੀਆਂ, ਕਿਉਂਕਿ ਉਹਨਾਂ ਨੇ ਇੱਕ ਟਾਈਮ ਲਿਆ ਕਿ ਕੈਪਟਨ ਸਾਹਿਬ ਨੂੰ ਮਿਲ ਕੇ 8 ਦਿਨਾਂ ਦੇ ਵਿੱਚ ਤੁਹਾਡੇ ਵਾਅਦੇ ਪੂਰੇ ਕਰਤੇ ਜਾਣਗੇ। ਕੈਮਰਾਮੈਨ ਆਕਾਸ਼ ਦੇ ਨਾਲ ਚੰਡੀਗੜ੍ਹ ਤੋਂ ਰਿਸ਼ੀ ਸਿੰਘ ਰਾਹੀ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।